ਬੀ ਸੋਸ਼ਲ ਪੋਡਕਾਸਟ 'ਤੇ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ, ਮੈਂ ਗੁਰਦੀਪ ਗਰੇਵਾਲ। ਅੱਜ ਦੇ ਸਟੂਡੀਓ 7 ਵਿੱਚ ਤੁਸੀਂ ਸੁਣੋਗੇ ਵਣਜਾਰਾ ਬੇਦੀ ਦੀ ਲਿਖੀ ਹੋਈ ਕਹਾਣੀ ਸੋਨੇ ਦਾ ਬੂਟਾ। ਇੱਕ ਰਾਜਾ ਬੜਾ ਹੀ ਦਾਨੀ ਸੁਭਾਅ ਦਾ ਸੀ। ਉਹ ਹਰ ਦਿਨ ਤਿਉਹਾਰ ਉੱਤੇ ਕਾਫੀ ਕੁਝ ਪੁੰਨਦਾਨ ਕਰਦਾ ਸੀ ਅਤੇ ਆਪਣੇ ਖਜ਼ਾਨੇ ਦਾ ਮੂੰਹ ਖੋਲ੍ਹ ਦਿੰਦਾ। ਅਭਿਆਗਤਾ ਨੂੰ ਉਹ ਮੂੰਹ ਮੰਗਿਆ ਦਾਨ ਦਿੰਦਾ ਸੀ। ਅਨੇਕਾਂ ਬ੍ਰਾਹਮਣ ਉਸ ਤੋਂ ਖੱਚਰਾਂ ਲੱਦ ਕੇ ਸਾਲ ਭਰ ਲਈ ਖਾਣ ਪੀਣ ਦੀ ਸਮੱਗਰੀ ਲੈ ਜਾਇਆ ਕਰਦੇ ਸਨ। ਉਸੇ ਨਗਰ ਵਿੱਚ ਇੱਕ ਪ੍ਰੋਹਿਤ ਮਾਣਿਕ ਰਹਿੰਦਾ ਸੀ, ਜੋ ਦਾਨ ਪੁੰਨ ਲੈਣਾ ਚੰਗਾ ਨਹੀਂ ਸੀ ਸਮਝਦਾ ਅਤੇ ਥੋੜ੍ਹੀ ਬਹੁਤੀ ਕਿਰਤ ਕਮਾਈ ਕਰਕੇ ਆਪਣਾ ਪੇਟ ਭਰਿਆ ਕਰਦਾ ਸੀ। ਪ੍ਰੋਹਿਤ ਦੇ ਧੰਦੇ ਵਿੱਚੋਂ ਜੋ ਵੀ ਰਕਮ ਉਸਨੂੰ ਮਿਲਦੀ, ਉਸ ਵਿੱਚੋਂ ਬਹੁਤੀ ਉਹ ਦਾਨ ਕਰ ਦਿੰਦਾ। ਪਰ ਉਸਦੀ ਪ੍ਰੋਹਿਤਣੀ ਬੜੀ ਹੀ ਲੋਭਣ ਸੀ। ਇੱਕ ਵਾਰ ਜਦੋਂ ਰਾਜੇ ਨੇ ਕੁੰਭ ਵਾਲੇ ਦਿਨ ਦਾਨ ਦੇਣ ਲਈ ਖਜ਼ਾਨੇ ਖੋਲ੍ਹ ਦਿੱਤੇ ਤਾਂ ਮਾਣਿਕ ਦੀ ਪਤਨੀ ਨੇ ਉਸਨੂੰ ਕਿਹਾ, ਵੇਖੋ, ਸਭ ਬ੍ਰਾਹਮਣ ਰਾਜੇ ਤੋਂ ਦਾਨ ਲੈ ਕੇ ਆ ਰਹੇ ਨੇ, ਤੁਸੀਂ ਕਿਉਂ ਨਹੀਂ ਦਾਨ ਲੈਣ ਜਾਂਦੇ? ਸਾਡੇ ਬਜ਼ੁਰਗ ਪੀੜ੍ਹੀਆਂ ਤੋਂ ਦਾਨ ਪੁੰਨ ਉੱਤੇ ਹੀ ਪਲਦੇ ਆ ਰਹੇ ਨੇ। ਤੁਸੀਂ ਕਿਰਤ ਕਮਾਈ ਦੀ ਰੱਟ ਕਿਉਂ ਲਾ ਰੱਖੀ ਹੈ? ਇਸੇ ਲਈ ਸਾਡੇ ਘਰ ਭੰਗ ਪੁੱਜਦੀ ਹੈ। ਪ੍ਰੋਹਿਤਣੀ ਨੇ ਮਿਹਣੇ ਤਾਨੇ ਮਾਰ ਕੇ ਆਖਿਰ ਮਾਣਿਕ ਨੂੰ ਰਾਜੇ ਕੋਲ ਭੇਜੀ ਦਿੱਤਾ। ਅੱਗੇ ਅਭਿਆਗਤਾਂ ਦੀ ਭੀੜ ਲੱਗੀ ਹੋਈ ਸੀ। ਭੰਡਾਰ ਖੁੱਲ੍ਹੇ ਹੋਏ ਸਨ। ਹਰ ਕੋਈ ਜਿਤਨਾ ਅੰਨ ਲਿਜਾ ਸਕਦਾ ਸੀ ਢੋ ਰਿਹਾ ਸੀ। ਖਾਣ ਪੀਣ ਦੀਆਂ ਚੀਜ਼ਾਂ ਤੋਂ ਇਲਾਵਾ ਦਖਣਾ ਵਜੋਂ ਮੋਹਰਾਂ ਵੰਡੀਆਂ ਜਾ ਰਹੀਆਂ ਸਨ। ਰਾਜਾ ਹਰੇਕ ਨੂੰ ਆਪਣੇ ਹੱਥੀਂ ਦਾਨ ਦੇ ਰਿਹਾ ਸੀ। ਜਦੋਂ ਮਾਣਿਕ ਦੀ ਵਾਰੀ ਆਈ ਤਾਂ ਉਸਨੇ ਰਾਜੇ ਨੂੰ ਪ੍ਰਣਾਮ ਕਰਦੇ ਹੋਏ ਕਿਹਾ, ਮਹਾਰਾਜ, ਮੈਨੂੰ ਤਾਂ ਤੁਹਾਡੀ ਕਿਰਤ ਕਮਾਈ ਵਿੱਚੋਂ ਦਾਨ ਚਾਹੀਦਾ ਏ, ਭਾਵੇਂ ਨਾ ਮਾਤਰ ਹੀ ਹੋਵੇ। ਇਹ ਧਨ ਤਾਂ ਪਰਜਾ ਦੀ ਕਮਾਈ ਹੈ। ਇਸ ਦਾਨ ਦੀ ਮੈਨੂੰ ਬਿਲਕੁਲ ਲੋੜ ਨਹੀਂ। ਰਾਜਾ ਹੱਕਾ ਬੱਕਾ ਰਹਿ ਗਿਆ। ਫਿਰ ਕੁਝ ਸੋਚ ਕੇ ਕਹਿਣ ਲੱਗਾ, ਭਾਈ, ਮੇਰੀ 10 ਨੂੰਹਾਂ ਦੀ ਕਿਰਤ ਕਮਾਈ ਤਾਂ ਹੈ ਨਹੀਂ, ਤੂੰ ਕੱਲ੍ਹ ਆਵੀਂ, ਮੈਂ ਕੱਲ੍ਹ ਤੈਨੂੰ ਆਪਣੀ ਕਿਰਤ ਕਮਾਈ ਵਿੱਚੋਂ ਦਾਨ ਦੇਵਾਂਗਾ। ਮਾਣਿਕ ਦੇ ਚਲੇ ਜਾਣ ਮਗਰੋਂ ਰਾਜਾ ਸੋਚਾਂ ਵਿੱਚ ਡੁੱਬ ਗਿਆ। ਕਾਫੀ ਚਿਰ ਸੋਚਣ ਤੋਂ ਬਾਅਦ ਉਸਨੂੰ ਇੱਕ ਤਰਕੀਬ ਸੁੱਝੀ। ਰਾਤ ਵੇਲੇ ਰਾਜਾ ਮਜ਼ਦੂਰ ਦਾ ਭੇਸ ਧਾਰ ਕੇ ਮਹਿਲਾਂ ਵਿੱਚੋਂ ਬਾਹਰ ਨਿਕਲ ਤੁਰਿਆ ਅਤੇ ਕੋਈ ਕੰਮ ਧੰਦਾ ਲੱਭਣ ਲੱਗਾ। ਰਾਜਾ ਟੱਕਰਾਂ ਮਾਰਦਾ ਹੋਇਆ ਕਿਰਤੀਆਂ ਦੇ ਮੁਹੱਲੇ ਜਾ ਵੱਜਿਆ। ਉੱਥੇ ਇੱਕ ਲੁਹਾਰ ਭੱਠੀ ਉੱਤੇ ਬੈਠਾ ਲੋਹਾ ਕੁੱਟ ਰਿਹਾ ਸੀ। ਰਾਜੇ ਨੇ ਉਸ ਤੋਂ ਕੋਈ ਕੰਮ ਮੰਗਿਆ। ਲੁਹਾਰ ਨੇ ਰਾਜੇ ਨੂੰ ਸਿਰ ਤੋਂ ਪੈਰਾਂ ਤੱਕ ਬੜੇ ਧਿਆਨ ਨਾਲ ਵੇਖਿਆ ਤੇ ਫਿਰ ਕਿਹਾ, ਭਾਈ, ਜੇ ਤੂੰ ਸਾਰੀ ਰਾਤ ਇੱਥੇ ਲੋਹਾ ਕੁੱਟੇ ਤਾਂ ਮੈਂ ਤੈਨੂੰ 8 ਟਕੇ ਮਜ਼ਦੂਰੀ ਵਜੋਂ ਦਿਆਂਗਾ। ਰਾਜੇ ਨੇ ਸਵੀਕਾਰ ਕਰ ਲਿਆ ਅਤੇ ਲੋਹਾ ਕੁੱਟਣ ਲੱਗਾ। ਪਰ ਛੇਤੀ ਹੀ ਰਾਜੇ ਦੇ ਕੋਮਲ ਹੱਥ ਲਾਲ ਸੁਰਖ ਹੋ ਗਏ। ਅੱਧੀ ਰਾਤ ਤੱਕ ਰਾਜੇ ਦੇ ਹੱਥਾਂ ਉੱਤੇ ਛਾਲੇ ਉੱਭਰ ਆਏ ਅਤੇ ਉਹਨਾਂ ਵਿੱਚੋਂ ਚੀਸਾਂ ਉੱਠਣ ਲੱਗੀਆਂ। ਮਜਬੂਰ ਹੋ ਕੇ ਰਾਜੇ ਨੇ ਕੰਮ ਵਿੱਚੇ ਛੱਡ ਦਿੱਤਾ ਅਤੇ ਲੁਹਾਰ ਤੋਂ ਆਪਣੀ ਮਿਹਨਤ ਦਾ ਮੁਆਵਜ਼ਾ ਮੰਗਿਆ। ਲੁਹਾਰ ਨੇ ਕਿਹਾ ਕਿ ਉਸਨੇ ਅੱਧੀ ਰਾਤ ਤੱਕ ਕੰਮ ਕੀਤਾ ਹੈ, ਇਸ ਲਈ ਉਸਨੂੰ ਅੱਧੀ ਮਜ਼ਦੂਰੀ ਕੇਵਲ 4 ਟਕੇ ਹੀ ਦੇ ਸਕਦਾ ਹੈ। ਪਰ ਕਿਉਂ ਜੋ ਪੂਰੀ ਲਗਨ ਨਾਲ ਕੰਮ ਵਿੱਚ ਰੁੱਝਿਆ ਰਿਹਾ, ਇਸ ਲਈ ਉਹ ਉਸਨੂੰ 4 ਕੌਡੀਆਂ ਇਨਾਮ ਵਜੋਂ ਦੇਵੇਗਾ। ਸੋ ਰਾਜਾ 4 ਟਕੇ ਅਤੇ 4 ਕੌਡੀਆਂ ਲੈ ਕੇ ਉੱਥੋਂ ਟੁਰ ਪਿਆ। ਅਗਲੇ ਦਿਨ ਮਾਣਿਕ ਰਾਜੇ ਕੋਲ ਦਾਨ ਲੈਣ ਲਈ ਹਾਜ਼ਰ ਹੋਇਆ। ਰਾਜੇ ਨੇ ਉਸ ਦੀ ਤਲੀ ਉੱਤੇ 4 ਟਕੇ ਤੇ 4 ਕੌਡੀਆਂ ਰੱਖਦੇ ਹੋਏ ਕਿਹਾ, ਪੰਡਤ ਜੀ, ਮੇਰੇ 10 ਨੂੰਹਾਂ ਦੀ ਕਿਰਤ ਕਮਾਈ ਤਾਂ ਇਹੋ ਹੈ। ਜੇ ਇਸ ਨਾਲ ਸਬਰ ਨਹੀਂ ਤਾਂ ਖਜ਼ਾਨੇ ਵਿੱਚੋਂ ਜੋ ਚਾਹੇ ਲਿਜਾ ਸਕਦੇ ਹੋ। ਪਰ ਮਾਣਿਕ ਨੇ ਮੁਸਕਰਾਉਂਦੇ ਹੋਏ ਕਿਹਾ, 10 ਨੂੰਹਾਂ ਦੀ ਕਿਰਤ ਕਮਾਈ ਦੀਆਂ 4 ਕੌਡੀਆਂ ਦੇ ਸਾਹਮਣੇ ਸੋਨੇ ਦੀਆਂ ਮੋਹਰਾਂ ਦਾ ਕੋਈ ਮੁੱਲ ਨਹੀਂ। ਫਿਰ ਮਾਣਿਕ 4 ਕੌਡੀਆਂ ਅਤੇ 4 ਟਕੇ ਲੈ ਕੇ ਖੁਸ਼ੀ-ਖੁਸ਼ੀ ਘਰ ਵੱਲ ਤੁਰ ਪਿਆ। ਅੱਗੇ ਪ੍ਰੋਹਿਤਣੀ ਬੈਠੀ ਉਡੀਕ ਰਹੀ ਸੀ। ਉਹ ਆਪਣੇ ਮਨ ਵਿੱਚ ਸੋਚ ਰਹੀ ਸੀ ਕਿ ਰਾਜੇ ਨੇ ਕੱਲ੍ਹ ਮੇਰੇ ਪਤੀ ਨੂੰ ਦਾਨ ਨਹੀਂ ਦਿੱਤਾ, ਅੱਜ ਉਚੇਚਾ ਸੱਦਿਆ ਏ, ਇਸ ਲਈ ਜਾਪਦਾ ਕਿ ਰਾਜਾ ਕੋਈ ਖਾਸ ਸੌਗਾਤ ਜਾਂ ਢੇਰ ਸਾਰੀਆਂ ਮੋਹਰਾਂ ਦਾਨ ਦੇਵੇਗਾ। ਸੋ ਉਸਨੇ ਪਤੀ ਲਈ ਉਚੇਚੀ ਖੀਰ ਰਿੰਨੀ ਅਤੇ ਮਿੱਠੇ ਪੂੜੇ ਤਲੇ। ਜਦੋਂ ਮਾਣਿਕ ਘਰ ਆਇਆ ਤਾਂ ਪਤਨੀ ਨੇ ਉਸ ਦਾ ਉਚੇਚਾ ਸਵਾਗਤ ਕੀਤਾ। ਫਿਰ ਉਸ ਅੱਗੇ ਖੀਰ ਤੇ ਪੂੜੇ ਪਰੋਸੇ। ਮਾਣਿਕ ਖੀਰ ਤੇ ਪੂੜੇ ਖਾ ਕੇ ਸੌਂ ਗਿਆ। ਸ਼ਾਮ ਵੇਲੇ ਪ੍ਰੋਹਿਤਣੀ ਨੇ ਮੌਕਾ ਤਾੜ ਕੇ ਮਾਣਿਕ ਤੋਂ ਪੁੱਛਿਆ, ਰਾਜੇ ਨੇ ਅੱਜ ਤੁਹਾਨੂੰ ਜੋ ਦਾਨ ਦੇਣਾ ਸੀ ਉਹ ਕਿੱਥੇ ਹੈ? ਕੀ ਮਾਲ ਨਾਲ ਲੱਦੀਆਂ ਖੱਚਰਾਂ ਪਿੱਛੇ ਆ ਰਹੀਆਂ ਨੇ? ਅਜੇ ਤੱਕ ਪਹੁੰਚੀਆਂ ਕਿਉਂ ਨਹੀਂ? ਮਾਣਿਕ ਨੇ ਮੁਸਕਰਾ ਕੇ ਕਿਹਾ, ਦਾਨ ਤਾਂ ਮੇਰੇ ਕੋਲ ਹੈ, ਖੱਚਰਾਂ ਦੀ ਕੀ ਲੋੜ ਸੀ? ਫਿਰ ਉਹ ਕਿੱਥੇ ਜੇ? ਪੰਡਤਾਣੀ ਬਿਟ ਬਿਟ ਤੱਕਣ ਲੱਗੀ।
ਮਾਣਕ ਨੇ ਉਸੇ ਵੇਲੇ 4 ਟਕੇ ਤੇ 4 ਕੌਡਾਂ ਪੰਡਤਾਣੀ ਦੀ ਤਲੀ ਉੱਤੇ ਧਰ ਦਿੱਤੀਆਂ। ਪੰਡਤਾਣੀ ਨੂੰ ਚੌਹੀਂ ਕੱਪੜੀ ਅੱਗ ਲੱਗ ਗਈ ਤੇ ਉਹ ਲਾਲ ਪੀਲੀ ਹੋ ਕੇ ਕਹਿਣ ਲੱਗੀ, ਵਾਹ, ਲੋਕੀ ਤਾਂ ਢੇਰ ਸਾਰਾ ਧਨ ਤੇ ਅਨਾਜ ਲੈ ਕੇ ਆਏ ਨੇ, ਤੁਸੀਂ ਬਸ ਇਹ 4 ਕੌਡਾਂ। ਪੰਡਤਾਣੀ ਨੇ ਗੁੱਸੇ ਨਾਲ ਉਹ 4 ਟਕੇ ਤੇ ਕੌਡਾਂ ਪਿਛਵਾੜੇ ਵੱਲ ਸੁੱਟ ਦਿੱਤੀਆਂ। ਦੋਵੇਂ ਝਗੜਦੇ ਹੋਏ ਸੌਂ ਗਏ। ਜਦੋਂ ਸਵੇਰ ਹੋਈ ਤਾਂ ਮਾਣਕ ਪਿਛਲੇ ਵਿਹੜੇ ਵਿੱਚ ਗਿਆ ਤਾਂ ਉੱਥੇ ਅਜੀਬ ਨਜ਼ਾਰਾ ਵੇਖ ਕੇ ਉਹ ਹੱਕਾ ਬੱਕਾ ਰਹਿ ਗਿਆ। ਟਕਿਆਂ ਵਿੱਚੋਂ ਸੋਨੇ ਦੀਆਂ ਲਗਰਾਂ ਤੇ ਕੌਡੀਆਂ ਵਿੱਚੋਂ ਚਾਂਦੀ ਦੇ ਪੱਤੇ ਨਿਕਲੇ ਹੋਏ ਸਨ। ਰਾਤੀ ਜਦੋਂ ਪੰਡਤਾਣੀ ਨੇ ਕੌਡਾਂ ਤੇ ਟਕੇ ਪਿਛਲੇ ਵਿਹੜੇ ਵਿੱਚ ਸੁੱਟੇ ਸਨ ਤਾਂ ਉਹ ਮਿੱਟੀ ਵਿੱਚ ਜਾ ਡਿੱਗੇ। ਅੱਧੀ ਰਾਤੀ ਮੀਂਹ ਦੇ ਕੁਝ ਛਿੱਟੇ ਪਏ, ਟਕੇ ਤੇ ਕੌਡਾਂ ਵਿੱਚੋਂ ਸੋਨੇ ਦੀਆਂ ਲਗਰਾਂ ਅਤੇ ਚਾਂਦੀ ਦੇ ਪੱਤੇ ਉੱਗ ਪਏ। ਮਾਣਕ ਸੋਨੇ ਦੀਆਂ ਲਗਰਾਂ ਤੇ ਚਾਂਦੀ ਦੇ ਪੱਤੇ ਕੱਟ ਕੇ ਸ਼ਹਿਰ ਲੈ ਗਿਆ ਅਤੇ ਚੰਗੇ ਮੁੱਲ ਤੋਂ ਵੇਚ ਆਇਆ। ਅਗਲੇ ਦਿਨ ਫਿਰ ਸਵੇਰੇ ਟਕਿਆਂ ਤੇ ਕੌਡਾਂ ਵਿੱਚੋਂ ਹੋਰ ਤਾਰਾਂ ਤੇ ਪੱਤੇ ਨਿਕਲੇ ਹੋਏ ਸਨ। ਹਰ ਰੋਜ਼ ਇਸੇ ਤਰ੍ਹਾਂ ਹੁੰਦਾ ਰਿਹਾ। ਸੋਨੇ ਦੀਆਂ ਤਾਰਾਂ ਅਤੇ ਚਾਂਦੀ ਦੇ ਪੱਤੇ ਵੇਚ ਕੇ ਮਾਣਕ ਜੋ ਰੁਪਏ ਵੱਟਦਾ, ਉਹਨਾਂ ਨਾਲੋਂ ਲੋਕ ਭਲਾਈ ਦੇ ਕੰਮ ਕਰਨ ਲੱਗਾ। ਮਾਣਕ ਨੇ ਆਪਣੇ ਇਲਾਕੇ ਵਿੱਚ ਬਹੁਤ ਸਾਰੇ ਖੂਹ ਖੁਦਵਾਏ, ਸਰਾਵਾਂ ਤੇ ਮੰਦਰ ਬਣਵਾਏ, ਸਕੂਲ ਅਤੇ ਹਸਪਤਾਲ ਖੋਲ੍ਹੇ, ਜਿਸ ਕਰਕੇ ਮਾਣਕ ਦਾ ਨਾਂ ਸਾਰੇ ਇਲਾਕੇ ਵਿੱਚ ਮਸ਼ਹੂਰ ਹੋ ਗਿਆ। ਜਦੋਂ ਕੋਈ ਸ਼ਖਸ ਮਾਣਕ ਤੋਂ ਪੁੱਛਦਾ ਕਿ ਉਹ ਇਤਨਾ ਸਾਰਾ ਧਨ ਕਿੱਥੋਂ ਲਿਆਇਆ ਹੈ ਤਾਂ ਉਹ ਅੱਗੋਂ ਕਹਿੰਦਾ ਕਿ ਇਹ ਸਭ ਰਾਜੇ ਦੀ ਬਖਸ਼ਿਸ਼ ਹੈ, ਰਾਜੇ ਨੇ ਮੈਨੂੰ ਮਾਲਾ ਮਾਲ ਕਰ ਦਿੱਤਾ ਹੈ। ਕਈ ਈਰਖਾਲੂ ਲੋਕ ਰਾਜੇ ਕੋਲ ਗਏ ਅਤੇ ਮਾਣਕ ਵਿਰੁੱਧ ਕੰਨ ਭਰਨ ਲੱਗੇ। ਰਾਜੇ ਨੇ ਉਹਨਾਂ ਨੂੰ ਸਮਝਾਇਆ ਕਿ ਉਸਨੇ ਮਾਣਕ ਨੂੰ ਦਾਨ ਵਿੱਚ ਕੇਵਲ 4 ਟਕੇ ਤੇ 4 ਕੌਡੀਆਂ ਹੀ ਦਿੱਤੀਆਂ ਨੇ। ਪਰ ਈਰਖਾ ਦੇ ਭਰੇ ਲੋਕ ਕਹਿਣ ਲੱਗੇ, ਮਹਾਰਾਜ, ਮਾਣਕ ਤੰਤਰ ਮੰਤਰ ਦੀ ਵਿੱਦਿਆ ਜਾਣਦਾ ਏ, ਉਹ ਤੁਹਾਡੇ ਤੋਂ ਪ੍ਰਾਪਤ ਕੀਤੇ ਟਕਿਆਂ ਤੇ ਕੌਡੀਆਂ ਉੱਤੇ ਮੰਤਰ ਪੜ੍ਹ ਕੇ ਤੁਹਾਡੇ ਖਜ਼ਾਨੇ ਵਿੱਚੋਂ ਦੌਲਤ ਖਿੱਚ ਰਿਹਾ ਏ, ਤੁਸੀਂ ਆਪਣੇ ਖਜ਼ਾਨੇ ਦੀ ਪੜਤਾਲ ਕਰਵਾਓ। ਰਾਜੇ ਨੇ ਖਜ਼ਾਨੇ ਦੀ ਪੜਤਾਲ ਕਰਵਾਈ ਤਾਂ 1 ਟਕਾ ਵੀ ਘੱਟ ਨਾ ਨਿਕਲਿਆ। ਜਦੋਂ ਲੋਕਾਂ ਨੇ ਰਾਜੇ ਦੇ ਖੂਬ ਕੰਨ ਭਰੇ ਤਾਂ ਇੱਕ ਦਿਨ ਰਾਜਾ ਸੱਚ ਜਾਣਨ ਲਈ ਖੁਦ ਮਾਣਕ ਦੇ ਘਰ ਗਿਆ। ਮਾਣਕ ਦਾ ਮਹਿਲ ਦੇਖ ਕੇ ਰਾਜਾ ਦੰਗ ਰਹਿ ਗਿਆ। ਉਸਦੇ ਮਹਿਲ ਵਿੱਚ ਸੁੰਦਰ ਬਗੀਚੇ ਤੇ ਸਰੋਵਰ ਸਨ। ਮਾਣਕ ਦੀ ਸ਼ਾਨ ਸ਼ੌਕਤ ਪਾਤਸ਼ਾਹਾਂ ਵਾਲੀ ਸੀ। ਉਸਨੇ ਮਾਣਕ ਤੋਂ ਪੁੱਛਿਆ, ਪੁਰੋਹਿਤ ਜੀ, ਇਤਨਾ ਧਨ ਕਿੱਥੋਂ ਲਿਆ ਜੇ? ਮਹਾਰਾਜ, ਇਹ ਸਭ ਤੁਹਾਡੀ ਹੀ ਬਰਕਤ ਹੈ, ਮਾਣਕ ਨੇ ਨਿਮਰਤਾ ਨਾਲ ਜਵਾਬ ਦਿੱਤਾ। ਪਰ ਮੈਂ ਤਾਂ ਤੈਨੂੰ ਸਿਰਫ 4 ਟਕੇ ਤੇ 4 ਕੌਡਾਂ ਦਿੱਤੀਆਂ ਸਨ, ਉਹਨਾਂ ਨਾਲ ਤਾਂ ਇੱਕ ਲੀੜਾ ਵੀ ਨਹੀਂ ਖਰੀਦਿਆ ਜਾ ਸਕਦਾ, ਰਾਜੇ ਨੇ ਕ੍ਰੋਧ ਨਾਲ ਕਿਹਾ। ਮਹਾਰਾਜ, ਗੁੱਸਾ ਨਾ ਕਰੋ, ਤੁਸੀਂ ਜਿਹੜੇ 4 ਟਕੇ ਤੇ 4 ਕੌਡਾਂ ਦਿੱਤੀਆਂ ਸਨ, ਇਹ ਸਭ ਉਸੇ ਦਾ ਪ੍ਰਤਾਪ ਹੈ। ਤੁਸੀਂ ਮੈਨੂੰ ਆਪਣੀ ਕਿਰਤ ਕਮਾਈ ਵਿੱਚੋਂ ਦਾਨ ਦਿੱਤਾ ਸੀ। ਅਜਿਹਾ ਦਾਨ ਹਮੇਸ਼ਾ ਫਲਦਾ ਤੇ ਦੂਣਾ ਚੌਣਾ ਹੁੰਦਾ ਏ, ਮਾਣਕ ਨੇ ਧੀਰਜ ਨਾਲ ਉੱਤਰ ਦਿੱਤਾ। ਇਸ ਗੱਲ ਦਾ ਤੇਰੇ ਕੋਲ ਕੀ ਸਬੂਤ ਹੈ? ਰਾਜੇ ਨੇ ਕਿਹਾ। ਆਓ ਮੈਂ ਵਿਖਾਉਂਦਾ ਹਾਂ। ਮਾਣਕ ਇਹ ਕਹਿੰਦਾ ਹੋਇਆ ਰਾਜੇ ਨੂੰ ਪਿਛਵਾੜੇ ਵੱਲ ਲੈ ਗਿਆ। ਉੱਥੇ ਉਸਨੇ ਰਾਜੇ ਨੂੰ ਸਾਰੀ ਗੱਲ ਦੱਸੀ ਕਿ ਕਿਵੇਂ ਉਸਦੀ ਪਤਨੀ ਨੇ ਕ੍ਰੋਧ ਵਿੱਚ ਆ ਕੇ ਟਕੇ ਤੇ ਕੌਡਾਂ ਵਿਹੜੇ ਵਿੱਚ ਸੁੱਟ ਦਿੱਤੀਆਂ ਸਨ। ਕਿਵੇਂ ਸਵੇਰੇ ਉਸਨੇ ਉੱਠ ਕੇ ਵੇਖਿਆ ਕਿ ਟਕਿਆਂ ਵਿੱਚੋਂ ਸੋਨੇ ਦੀਆਂ ਤੰਦਾਂ ਅਤੇ ਕੌਡਾਂ ਵਿੱਚੋਂ ਚਾਂਦੀ ਦੇ ਪੱਤੇ ਨਿਕਲ ਆਏ ਸਨ। ਮੈਂ ਇਹੋ ਤਾਰਾਂ ਦੇ ਪੱਤੇ ਕੱਟ ਕੇ ਰੋਜ਼ ਵੇਚ ਆਉਂਦਾ ਹਾਂ, ਇੱਥੇ ਹੋਰ ਨਵੀਆਂ ਤਾਰਾਂ ਤੇ ਪੱਤੇ ਉੱਗ ਪੈਂਦੇ ਹਨ। ਰਾਜੇ ਨੇ ਕਿਹਾ, ਇਹ ਤਾਂ ਕੋਈ ਜਾਦੂ ਦੀ ਖੇਡ ਜਾਪਦੀ ਹੈ। ਮੇਰਾ ਯਕੀਨ ਨਹੀਂ ਵੱਜਦਾ ਕਿ ਮੇਰੀ 10 ਨਹੁੰਆਂ ਦੀ ਕਿਰਤ ਨੂੰ ਇਹ ਫਲ ਲੱਗਿਆ। ਮਹਾਰਾਜ, ਬੇਸ਼ੱਕ ਇਹਨਾਂ ਦੀਆਂ ਜੜ੍ਹਾਂ ਪੁੱਟ ਕੇ ਵੇਖ ਲਓ, ਮੈਂ ਤਾਂ ਪੁੱਟਾਂਗਾ ਨਹੀਂ। ਜੇ ਇਹਨਾਂ ਨੂੰ ਪੁੱਟਿਆ ਤਾਂ ਮੁੜ ਤੰਦਾਂ ਤੇ ਪੱਤੇ ਨਹੀਂ ਪੈਣੇ, ਮਾਣਕ ਨੇ ਕਿਹਾ। ਰਾਜੇ ਨੇ ਸੋਨੇ ਦੀ ਤਾਰ ਜ਼ੋਰ ਦੀ ਖਿੱਚੀ ਤਾਂ ਹੇਠੋਂ ਟਕਾ ਨਿਕਲ ਆਇਆ। ਫਿਰ ਉਸਨੇ ਚਾਂਦੀ ਦੀ ਤਾਰ ਖਿੱਚੀ ਤਾਂ ਹੇਠੋਂ ਕੌਡੀ ਨਿਕਲ ਆਈ। ਉਸੇ ਵੇਲੇ ਬਾਕੀ ਟਕੇ ਅਤੇ ਕੌਡੀਆਂ ਧਰਤੀ ਵਿੱਚ ਅਲੋਪ ਹੋ ਗਈਆਂ। ਰਾਜਾ ਹੱਕਾ ਬੱਕਾ ਰਹਿ ਗਿਆ। ਕਹਿੰਦੇ ਨੇ, ਰਾਜੇ ਦਾ ਉਹ ਦਾਨ ਧਰਤੀ ਦੀ ਹਿੱਕ ਵਿੱਚ ਅੱਜ ਵੀ ਤਾਰਾਂ ਦਾ ਜਾਲ ਬੁਣਦਾ ਰਹਿੰਦਾ ਏ ਤੇ ਸੋਨੇ ਚਾਂਦੀ ਦੀਆਂ ਡਲੀਆਂ ਬਣ ਕੇ ਧਰਤੀ ਹੇਠ ਇਕੱਠਾ ਹੁੰਦਾ ਰਹਿੰਦਾ ਏ।